ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੋ ਦੁਨੀਆ ਭਰ 'ਚ ਵਸਣ ਵਾਲਾ ਸਿੱਖ ਪਾਕਿਸਤਾਨ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਧਰਤੀ ਦੇ ਨਾਲ ਜੁੜਿਆ ਔਰ ਤੁਹਾਡੇ ਵੱਲੋਂ ਬਹੁਤ ਮੁਹੱਬਤ ਦੇ ਪੈਗਾਮ ਆਏ ਔਰ ਖਾਸ ਕਰ ਜਿਹੜਾ ਤੁਹਾਡਾ ਇਹ ਪੈਗਾਮ ਕਿ ਸਾਡੀ ਸਿੱਖ ਸੰਗਤ ਪਾਕਿਸਤਾਨ ਦੇ ਨਾਲ ਚਟਾਨ ਦੀ ਤਰ੍ਹਾਂ ਖੜੀ ਹੈ। ਪਾਕਿਸਤਾਨ 'ਚ ਜੋ ਵੀ ਹੋਵੇਗਾ ਉਹਦੇ ਵਾਸਤੇ ਸਿੱਖ ਹਮੇਸ਼ਾ ਪਾਕਿਸਤਾਨ ਦੇ ਨਾਲ ਖੜਾ ਹੋਏਗਾ। ਸੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। 22 ਅਪ੍ਰੈਲ ਨੂੰ ਆਪਰੇਸ਼ਨ ਹੋਇਆ ਪਹਿਲਗਾਮ ਦਾ, ਇਸ ਦੀ ਜਿੰਨੀ ਨਿੰਦਿਆ ਕੀਤੀ ਜਾਏ ਘੱਟ ਹੈ ਔਰ ਪਾਕਿਸਤਾਨ ਸਰਕਾਰ ਨੇ ਵੀ ਨਿੰਦਿਆ ਕੀਤੀ ਔਰ ਪ੍ਰਧਾਨ ਮੰਤਰੀ ਪਾਕਿਸਤਾਨ ਨੇ ਕਿਹਾ ਕਿ ਤੁਸੀਂ ਤਹਿਕੀਕਾਤ ਕਰੋ, ਅਸੀਂ ਤੁਹਾਨੂੰ ਇਹਦੇ 'ਚ ਤੁਹਾਡੀ ਮਦਦ ਕਰਾਂਗੇ। ਲੇਕਿਨ ਜਿਹੜੀ ਉਹੀ ਇੱਕ ਸੋਚ ਹੈ ਭਾਰਤ ਵਿੱਚ, ਜਿਹੜੀ RSS ਦੀ ਸੋਚ ਹੈ, ਬਜਰੰਗ ਦਲ ਦੀ ਸੋਚ ਹੈ, ਜਿਹੜੀ ਸ਼ਿਵ ਸੈਨਾ ਦੀ ਸੋਚ ਹੈ, ਉਸ ਸੋਚ ਨੇ ਬਗੈਰ ਸੋਚੇ ਸਮਝੇ ਪਾਕਿਸਤਾਨ 'ਤੇ ਇਲਜ਼ਾਮ ਲਾ ਦਿੱਤਾ। ਉਸ ਤੋਂ ਬਾਅਦ ਜੰਗ ਚੜ੍ਹਾਈ ਕਰਤੀ। ਅਸੀਂ ਬਾਰ-ਬਾਰ ਰਿਸਟ੍ਰੇਨਡ ਕੀਤਾ ਕਿ ਜੰਗ ਇਹਨਾਂ ਦੋਵਾਂ ਮੁਲਕਾਂ 'ਚ ਹੱਲ ਨਹੀਂ ਹੈ, ਇੱਥੇ ਅਮਨ ਹੋਣਾ ਚਾਹੀਦਾ ਹੈ, ਇੱਥੇ ਪਿਆਰ ਹੋਣਾ ਚਾਹੀਦਾ ਹੈ। ਲੇਕਿਨ ਸਾਡੀ ਇਸ ਸੋਚ ਨੂੰ ਕਿ ਜਿਹੜੀ ਅਸੀਂ ਅਮਨ ਦੀ ਸੋਚ ਲੈ ਕੇ ਚੱਲੇ ਸਾਂ, ਸ਼ਾਇਦ ਮੋਦੀ ਸਰਕਾਰ ਨੇ ਉਹਨੂੰ ਕਮਜ਼ੋਰੀ ਸਮਝਿਆ ਔਰ ਫਿਰ ਤੁਸੀਂ ਦੇਖਿਆ ਕਿ ਜਿਸ ਤਰੀਕੇ ਨਾਲ 6 ਔਰ 7 ਮਈ ਦੀ ਰਾਤ ਨੂੰ ਪਾਕਿਸਤਾਨ 'ਤੇ ਅਟੈਕ ਕੀਤਾ ਮਿਜ਼ਾਈਲਸ ਦੇ ਨਾਲ। ਉਹ ਅਟੈਕ ਮਸਜਿਦਾਂ 'ਤੇ ਕੀਤਾ, ਉਹ ਅਟੈਕ ਛੋਟੇ ਛੋਟੇ ਬੱਚੇ ਮਾਰ ਦਿੱਤੇ ਜਿਨ੍ਹਾਂ ਦੀ ਉਮਰਾਂ 2 ਸਾਲ ਤੋਂ ਲੈ ਕੇ 7 ਸਾਲ ਤੱਕ ਸੀ। ਔਰ ਫਿਰ 7 ਤਰੀਕ ਨੂੰ ਦਿਨੇ ਨਨਕਾਣਾ ਸਾਹਿਬ 'ਤੇ ਡਰੋਨ ਦੇ ਰਾਹੀਂ ਅਟੈਕ ਕੀਤਾ। ਇੱਥੇ ਵੀ ਠੰਡ ਨਹੀਂ ਪਈ। ਅਗਲੇ ਦਿਨ ਰਾਤੀ ਮਿਜ਼ਾਈਲ ਅਟੈਕ ਅੰਮ੍ਰਿਤਸਰ ਸਾਹਿਬ ਕਰ ਦਿੱਤੇ ਤਾਂ ਕਿ ਸਿੱਖ ਨੂੰ ਇਹ ਦੱਸਿਆ ਜਾਏ ਕਿ ਪਾਕਿਸਤਾਨ ਦੀ ਸਰਕਾਰ ਨਨਕਾਣਾ ਸਾਹਿਬ ਨਹੀਂ ਬਚਾ ਸਕੀ ਔਰ ਵਾਪਸੀ ਤੇ ਪਾਕਿਸਤਾਨ ਦੀ ਸਰਕਾਰ ਨੇ ਜਾ ਕੇ ਅੰਮ੍ਰਿਤਸਰ ਸਾਹਿਬ 'ਤੇ ਅਟੈਕ ਕਰਤਾ। ਸੰਗਤ ਜੀ, ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਸਿੱਖ ਨੂੰ ਪਾਕਿਸਤਾਨ ਤੋਂ ਦੂਰ ਕੀਤਾ ਜਾ ਸਕੇ। ਸੰਗਤ ਜੀ, ਆਪਾਂ 1984 ਹਜੇ ਤੱਕ ਨਹੀਂ ਭੁੱਲੇ, ਆਪਾਂ ਦਿੱਲੀ ਦੇ ਦੰਗੇ ਹਜੇ ਤੱਕ ਨਹੀਂ ਭੁੱਲੇ, ਜਿਹੜਾ ਸਿੱਖਾਂ ਦਾ ਜੈਨੋਸਾਈਡ ਕੀਤਾ ਗਿਆ ਆਪਾਂ ਉਹ ਹਜੇ ਤੱਕ ਨਹੀਂ ਭੁੱਲੇ। ਕਿ ਭਾਰਤ ਸਰਕਾਰ ਕੋਈ ਇਹੋ ਜਿਹੀ ਹੋਰ ਕਾਰਵਾਈ ਕਰਨਾ ਚਾਹੁੰਦੀ ਹੈ? ਸੋ ਸੰਗਤ ਜੀ, ਜਿਹੜੀ ਪਰੇਸ਼ਾਨੀ ਦੀ ਗੱਲ ਹੈ ਉਹ ਇਹ ਹੈ ਕਿ ਇੱਕ ਦਫਾ ਫਿਰ ਜਿਹੜੇ ਅਟੈਕ ਕੀਤੇ ਜਾ ਰਹੇ ਹਨ ਔਰ ਜਿਹੜੀ ਇਸ ਵਕਤ ਹਿੰਦੂਤਵਾ ਦੀ ਸੋਚ ਹੈ, ਜਿਹੜੀ ਸੋਚ ਭਾਰਤ ਵਿੱਚ ਵਸਣ ਵਾਲੀ ਅਕਰੀਤਾਂ ਨੂੰ ਗੈਰ ਮਹਿਫੂਜ਼ ਸਮਝਦੀ ਹੈ। ਸੋ ਇਸ ਵਕਤ ਸਿੱਖ ਨੂੰ ਇੱਕ ਹੋਣ ਦੀ ਲੋੜ ਹੈ। ਸਿੱਖ ਨੂੰ ਇੱਕ ਹੋ ਕੇ, ਇਕੱਤਰ ਹੋ ਕੇ ਆਪਣੇ ਹੋਂਦ ਦੀ ਦੱਸਣ ਦੀ ਲੋੜ ਹੈ ਤਾਂ ਕਿ ਜਿਹੜੀ ਇਸ ਵਕਤ ਮੋਦੀ ਸਰਕਾਰ ਸਿੱਖੀ ਨੂੰ ਧੱਕਾ ਲਾ ਰਹੀ ਹੈ, ਸਿੱਖੀ ਨੂੰ ਇਸ ਵਕਤ ਪਰੇਸ਼ਾਨ ਕਰ ਰਹੀ ਹੈ, ਸਿੱਖੀ ਨੂੰ ਇਸ ਵਕਤ ਦੂਰ ਕਰ ਰਹੀ ਹੈ, ਤਾਂ ਕਿ ਆਪਾਂ ਉਹਦੇ ਵਾਸਤੇ ਕੁਝ ਕਰ ਸਕੀਏ।